करना। जिहड़ी गल जो आल पार्टी मीट पानियां दे विषय ते हुई, जिहड़ी गल मैं बाहर धरना ला के गई कि ये जिहड़ा ट्रिब्यूनल दी सर्वसम्मति नाल पास कराया कैप्टन अमरिंदर सिंह ने, ये पंजाब दे हत्थ वड्ड के केंद्र नूं दित्ते आ। सुखबीर सिंह बादल उस पार्टी दे प्रधान हैगे आ जिहड़ी पार्टी देश दे अंदर सूबिਆਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ। ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਪਹਿਲਾਂ ਸਿੱਖ ਦੇ ਅੰਦਰ ਵੱਧ ਅਧਿਕਾਰਾਂ ਦੀ ਜੇ ਆਵਾਜ਼ ਉਠਾਉਂਦਾ ਸੀ ਤਾਂ ਅਕਾਲੀ ਦਲ, ਦੇਸ਼ ਦੀਆਂ ਬਾਕੀ ਸਟੇਟ ਪਾਰਟੀਆਂ ਅਕਾਲੀ ਦਲ ਦੇ ਮਗਰ ਲੱਗਦੀਆਂ ਸੀ। ਅੱਜ ਆਪਣੀ ਧਰਮ ਪਤਨੀ ਦੀ ਵਜ਼ਾਰਤ ਬਚਾਉਣ ਵਾਸਤੇ ਇਸ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਦੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ ਹੋਏਗਾ। ਇਹ ਭੰਬਲ ਭੂਸਾ ਖੜਾ ਕਰ ਰਿਹਾ ਸੁਖਬੀਰ ਸਿੰਘ ਬਾਦਲ। ਤੁਹਾਡੇ ਮੀਡੀਆ ਦੇ ਸਨਮੁਖ ਕਿਤੇ ਡਿਬੇਟ ਰੱਖ ਲਓ, ਜੇ ਸਾਡੇ ਤੱਥ ਝੂਠ ਹੋਣ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂ। ਕਮੇਟੀ ਫੀਸ RDF ਰੂਰਲ ਡਿਵੈਲਪਮੈਂਟ ਫੰਡ ਜਿਹਦੇ ਜਰੀਏ ਤਕਰੀਬਨ 9000 ਪਿੰਡਾਂ ਦੀਆਂ ਲਿੰਕ ਸੜਕਾਂ ਇਸੇ ਫੰਡ ਚੋਂ ਬਣਦੀਆਂ ਨੇ, ਉਹ ਖਤਮ ਹੋ ਗਿਆ। ਸਭ ਤੋਂ ਵੱਡੀ ਜਿਹੜੀ ਨੁਕਸਾਨਦਾਇਕ ਗੱਲ ਹੈ ਜਿਹਦੇ ਕਰਕੇ ਅਸੀਂ ਵਿਰੋਧ ਤੇ ਤੁਰੇ ਹਾਂ, ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਤੁਰੇ ਹਾਂ, ਉਹ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਲ 2 ਸਾਲਾਂ ਦੇ ਵਿੱਚ ਕਿਸਾਨ ਦੀ ਹਾਲਤ ਕੈਸੀ ਹੋਣੀ ਹੈ। MSP ਦਾ ਰੌਲਾ ਪਾ ਕੇ ਸੁਖਬੀਰ ਬਾਦਲ ਵਰਗੇ ਲੋਕ ਇੱਕ ਭੰਬਲ ਭੂਸਾ ਖੜਾ ਕਰ ਰਹੇ ਆ। MSP ਦੋਸਤੋ ਕੀ ਹੈ? ਜਿਵੇਂ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ ਕਿ MSP ਨਹੀਂ ਖਤਮ ਹੋਣ ਦਿੰਦੇ। ਹੁਣ ਮੈਂ ਤੁਹਾਨੂੰ ਪਹਿਲਾਂ ਬਰੀਫ MSP ਦੇ ਬਾਰੇ ਦੱਸ ਦਿੰਦਾ। ਇਸ ਯਾਤਰਾ ਦੇ ਦੌਰਾਨ ਨਵਾਂ ਸ਼ਹਿਰ ਤੇ ਬੰਗਾ ਮੰਡੀ ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਕੇ ਗਿਆ, ਕਿਉਂਕਿ ਦੁਆਬੇ ਦੇ ਵਿੱਚ ਮੱਕੀ ਦੀ ਭਰਪੂਰ ਫਸਲ ਹੋਈ ਹੈ। ਮੈਂ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਗਿਆ। ਮੱਕੀ ਦਾ MSP ਹੈਗਾ 1850 ਰੁਪਏ ਪ੍ਰਤੀ ਕੁਇੰਟਲ। ਤੁਸੀਂ ਲੋਕਾਂ ਨੇ, ਪੱਤਰਕਾਰ ਦੋਸਤਾਂ ਨੇ ਸਵਾਲ ਕੀਤਾ ਕਿਸਾਨਾਂ ਨੂੰ ਵੀ ਮੱਕੀ ਕੀ ਭਾਅ ਵੇਚੀ ਹੈ। ਕਿਸੇ ਨੇ ਕਿਹਾ 650 ਰੁਪਇਆ, ਕਿਸੇ ਨੇ 750, ਕਿਸੇ ਨੇ 800 ਰੁਪਇਆ। ਮਤਲਬ ਕਿ 650 ਤੋਂ ਲੈ ਕੇ 850 ਤੱਕ MSP ਹੈਗੀ 1850। 1000 ਤੋਂ ਲੈ ਕੇ 1200 ਰੁਪਏ ਤੱਕ ਕਿਸਾਨ ਦੀ ਜੇਬ। ਕੋਈ ਸਰਕਾਰੀ ਖਰੀਦ ਏਜੰਸੀ ਮੱਕੀ ਖਰੀਦਣ ਵਾਸਤੇ ਨਹੀਂ ਆਈ। ਕਿਸਾਨ ਦੀ ਮਜਬੂਰੀ ਆ ਪ੍ਰਾਈਵੇਟ ਵਪਾਰੀਆਂ ਨੂੰ ਇਹ ਕਹਾਂਗੀ ਤੂੜੀ ਦੇ ਭਾਅ ਦੇ ਉੱਤੇ ਮੱਕੀ ਵੇਚ ਕੇ ਰੋ ਰਹੇ ਸੀ ਕਿਸਾਨ, ਲਿਟਰਲੀ ਰੋ ਰਹੇ ਸੀਗੇ। ਉਹਨਾਂ ਕੋਲ ਗੱਜ ਭਰੇ ਸੀ, ਗੱਲ ਨਹੀਂ ਸੀ ਹੋ ਰਹੀ ਮੀਡੀਆ ਦੇ ਨਾਲ। ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਦੋਸਤੋ ਜਿਹੜਾ ਆਰਡੀਨੈਂਸ ਹੈਗਾ ਖੇਤੀ ਸੁਧਾਰਾਂ ਦੇ ਨਾਂ ਤੇ, ਕੋਈ ਖਰੀਦ ਏਜੰਸੀ ਨਹੀਂ ਆਏਗੀ। ਮੈਂ ਸੁਖਬੀਰ ਬਾਦਲ ਜਿਹੜਾ ਕਹਿ ਰਿਹਾ ਕਿ MSP ਨਹੀਂ ਟੁੱਟੇਗੀ, ਮੈਂ ਸਹਿਮਤ ਹਾਂ। MSP ਨਹੀਂ ਟੁੱਟੇਗੀ, ਕਣਕ ਦੀ ਨਹੀਂ ਟੁੱਟੇਗੀ, ਚਾਵਲ ਦੀ ਨਹੀਂ ਟੁੱਟੇਗੀ, ਕਪਾਹ ਦੀ ਨਹੀਂ ਟੁੱਟੇਗੀ, ਪਰ ਕੋਈ ਸਰਕਾਰੀ ਖਰੀਦ ਏਜੰਸੀ ਇਹ ਪੰਜਾਬ ਦੀਆਂ 3 ਪ੍ਰਮੁੱਖ ਫਸਲਾਂ ਨਹੀਂ ਖਰੀਦਣ ਆਏਗੀ। ਕਿਸਾਨ ਦੀ ਮਜਬੂਰੀ ਹੈ। ਅਡਾਨੀ ਵਰਗੇ ਕਾਰਪੋਰੇਟ ਜਿਨ੍ਹਾਂ ਨੇ ਡਗਰੂ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਡਗਰੂ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ, ਰੇਲਵੇ ਲਾਈਨ ਜਾਂਦੀ ਅੰਦਰ ਤੱਕ, ਉਹ ਤਿਆਰ ਬੈਠਿਆ ਕਿਸਾਨ ਨੂੰ ਲੁੱਟਣ ਵਾਸਤੇ। ਉਹ ਅੱਧੇ ਪੌਣੇ ਭਾਅ ਦੇ ਉੱਤੇ ਕਣਕ ਤੇ ਚਾਵਲ ਤੇ ਨਰਮਾ ਕਪਾਹ ਖਰੀਦਣਗੇ। 2-2 3-3 ਸਾਲ ਨਹੀਂ ਪੈਸੇ ਦੇਣਗੇ। ਜਿਹੜੇ ਲੋਕ ਕਹਿੰਦੇ ਆ ਕਿ ਪੈਸੇ ਦੇਣਗੇ ਕਾਰਪੋਰੇਟ ਦੇਣਗੇ ਸਮੇਂ ਸਿਰ, ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਗੰਨਾ ਮਿਲ ਮਾਲਕ ਬਨਾਮ ਅਡਾਨੀ, ਜ਼ਮੀਨ ਅਸਮਾਨ ਦਾ ਫਰਕ ਹੈ। ਛੋਟੀਆਂ ਮੱਛੀਆਂ ਇਹਨਾਂ ਦੇ ਕੋਲੇ ਕਿਸਾਨਾਂ ਦੀ ਪੇਮੈਂਟ ਕਰਾ ਕੇ ਦਿਖਾ ਦਿਓ। 2-2 3-3 ਸਾਲ ਤੋਂ ਲਟਕ ਰਹੀ ਹੈ ਪੇਮੈਂਟ। ਕਾਰਪੋਰੇਟ ਅਡਾਨੀ ਵਰਗਿਆਂ ਤੋਂ ਪੇਮੈਂਟ ਸੁਪਨਾ ਲੈਣਾ ਵੀ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ। ਹੋਣਾ ਕੀ ਹੈ, ਪੰਜਾਬ ਦਾ ਛੋਟਾ ਤੇ ਮੱਧ ਵਰਗੀ ਕਿਸਾਨ ਜਿਹੜਾ 75 ਤੋਂ 80% ਹੈ, ਉਹਦੀ ਜ਼ਮੀਨ ਬੈਂਕਾਂ ਦੇ ਕੋਲੇ ਗਿਰਵੀ ਪਈ ਹੈ। ਜਦੋਂ 2-3 ਸਾਲ ਮੁੱਖ ਫਸਲ ਦੇ ਪੈਸੇ ਨਾ ਮਿਲੇ ਤੇ ਫਿਰ ਬੈਂਕਾਂ ਨੇ ਆਉਣਾ ਕੁਰਕੀਆਂ ਕਰਨ ਵਾਸਤੇ, ਤੇ ਗਾਂਠ ਸਾਂਠ ਹੈਗੀ ਆ ਕਾਰਪੋਰੇਟ ਦੀ ਬੈਂਕਾਂ ਦੇ ਨਾਲ, ਅਡਾਨੀ ਵਰਗਿਆਂ ਦੀ ਗਾਂਠ ਸਾਂਠ ਹੈਗੀ ਆ ਬੈਂਕਾਂ ਦੇ ਨਾਲ। ਫਿਰ ਕੁਰਕੀਆਂ ਦੇ ਜਰੀਏ ਕੌਡੀਆਂ ਦੇ ਭਾਅ ਛੋਟੇ ਤੇ ਮੱਧ ਵਰਗੀ ਜਿਹੜੇ 80% ਪੰਜਾਬ ਦੇ ਵਿੱਚ ਕਿਸਾਨ ਉਹਨਾਂ ਦੀ ਜ਼ਮੀਨ ਖਰੀਦੀ ਜਾਏਗੀ, ਤੇ ਫਿਰ ਪੰਜਾਬ ਦਾ ਇਹ ਕਿਸਾਨ ਅਡਾਨੀਆਂ ਦਾ ਖੇਤ ਮਜ਼ਦੂਰ ਬਣੇਗਾ। ਇਹ ਜ਼ਿਆਦਾ ਸਮਾਂ ਨਹੀਂ ਲੱਗਣਾ, ਹੈ 8-10 ਸਾਲ ਦੀ ਖੇਡ ਹੈਗੀ ਆ ਸਾਰੀ। ਇੱਕ ਪੰਜਾਬੀ ਦਾ ਨਾਵਲ ਆਇਆ ਸੀ ਤੂਤਾਂ ਬੜਾ ਖੂਹ, ਮੇਰੇ ਹਮੂਰ ਬੈਠਿਆ ਦੋਸਤ, ਪੜਿਆ ਹੋਏਗਾ ਸਾਰਿਆਂ ਨੇ। ਇੱਕ ਸ਼ਾਹੂਕਾਰ ਕਿਵੇਂ ਕਿਸਾਨ ਦੀ ਜ਼ਮੀਨ ਹੜੱਪਣ ਵਾਸਤੇ, ਕਿਉਂਕਿ ਉਪਜਾਊ ਭੂਮੀ ਆ ਪੰਜਾਬ ਦੀ, ਜਿੱਥੇ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਬਿਹਤਰੀਨ ਬਾਸਮਤੀ ਪੰਜਾਬ ਦੇ ਵਾਤਾਵਰਣ ਤੇ ਧਰਤੀ ਦੇ ਵਿੱਚ ਪੈਦਾ ਹੁੰਦਾ। ਅੱਜ ਇਸ ਉਪਜਾਊ ਭੂਮੀ ਨੂੰ ਹਥਿਆਉਣ ਵਾਸਤੇ ਜਿਹੜਾ ਡੈਥ ਵਾਰੰਟ ਪੰਜਾਬੀਆਂ ਦਾ ਬਣਿਆ ਕਾਲਾ ਕਾਨੂੰਨ ਖੇਤੀ ਸੁਧਾਰ ਆਰਡੀਨੈਂਸ ਲੈ ਕੇ ਆਏ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ, ਕੈਪਟਨ ਸਾਹਿਬ ਇਹ ਆਰਡੀਨੈਂਸ ਨੇ ਇਕੱਲਾ ਖੇਤੀ ਨੂੰ ਤਬਾਹ ਨਹੀਂ ਕਰਨਾ। ਬਹੁਤ ਸਾਰੇ ਕਾਰੋਬਾਰੀ ਲੋਕ
मैं लुधियाने तो खुद इंडस्ट्रीलिस्ट हाँ, किसान का बेटा पर इंडस्ट्री चलाना। बहुत सारे इंडस्ट्रीलिस्ट ते व्यापारी लोग कहते साडी आवाज नहीं चकते। मैं व्यापारियों नूं, कारोबारियों नूं, इंडस्ट्रीलिस्टां नूं दसना चाहुंदा कि ये खेती प्रधान सूबा है। तकरीबन 80% लोग सीधे सीधे तरीके दे नाल खेती नाल जुड़े हुए हैं। जे किसान दी जेब दे विच कैश है फिर साइकिल, स्कूटर, मोटरसाइकिल, कारां, सोना, कपड़ा तां ही विकना। जे किसान कोले कैश नहीं, जे किसान गया तो समझ लो व्यापार गया, धुरा हैगा खेतीबाड़ी। साडे पंजाब दा जे धुरा टुट जाए किसी गड्डी दा ते दोस्तों गड्डी कदे चल नहीं सकदी। इस करके असी इस काले कानून दे बरखलाफ, खेती सुधार आर्डीनेंस के बरखलाफ कैप्टन अमरिंदर सिंह नूं बेनती पत्र एक मैमोरेंडम के रूप में देण चलिया कि तुरंत पंजाब विधान सभा का सैशन कॉल करो। तुसीं विरोध दे विच नहीं, जन अंदोलन ये विरोधी पार्टियां करदे हैं, तुसीं विरोध च नहीं, तुसीं सरकार दे विच हो। लोगों ने तुहानूं ताकत दित्ती है, सुनहरा स्पष्ट बहुमत थोड़ी पार्टी नूं दिता है। तुरंत सैशन कॉल करके इस काले ऑर्डीनेंस का भोग पा दिओ, उहनूं रद्द कर दिओ, फिर तुसीं जन अंदोलन करो। असीं भी समझांगे कि तुहाडे अंदर बड़ी ईमानदारी है, असीं भी तुहाडे अंदोलनां नूं सपोर्ट कर देंगे। सानूं भी कहोगे कि तुसीं मोदी कोले जाना, असीं भी तुहाडे पिछली कतार दे विच खड़ के मोदी साहब कोले पल्ला अड्ड के चलांगे। और मैं सारे पंजाब की यात्रा करूंगी। लोक इंसाफ पार्टी साडा पहला फेस हैगा। ਅਸੀਂ ਕਿਸਾਨਾਂ ਨੂੰ ਲਾਮਬੰਦ ਕਰਾਂਗੇ, ਕਹਾਂਗੇ ਰੇਲਾਂ ਦੇ ਟਰੈਕਾਂ ਦੇ ਬੈਠ ਜਾਓ, ਸੜਕਾਂ ਜਾਮ ਕਰ ਦਿਓ, ਰੇਲਾਂ ਦੇ ਟਰੈਕ ਜਾਮ ਕਰ ਦਿਓ। ਇਹ ਸਮਝ ਲਓ ਕਿ ਜੇ ਇਹ ਕਾਨੂੰਨ ਲਾਗੂ ਹੋ ਗਿਆ ਤੇ ਫਿਰ ਅਡਾਨੀਆਂ ਦੇ ਖੇਤ ਮਜ਼ਦੂਰ ਬਣਨ ਲਈ ਦੋਸਤੋ ਤਿਆਰ ਹੋ ਜਾਓ। ਪੰਜਾਬ ਦਾ ਕਿਸਾਨ ਨਹੀਂ ਬਚ ਸਕੇਗਾ। ਬਹੁਤ ਬਹੁਤ ਧੰਨਵਾਦ। ਅਸੀਂ ਇਹ ਮੈਮੋਰੰਡਮ ਦੇਣ ਜਾਣਾ। ਮੇਰੀ ਗੁਜ਼ਾਰਿਸ਼ ਹੈ ਸਾਰੇ ਦੋਸਤ ਤੁਸੀਂ ਨਾਲ ਵੀ ਚੱਲਿਓ ਤਾਂ ਜੋ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦਾ ਦਫ਼ਤਰੀ ਸਟਾਫ ਸਾਨੂੰ ਕੀ ਕਹਿੰਦਾ, ਕੀ ਰਿਪਲਾਈ ਦਿੰਦਾ ਉਹ ਰਿਕਾਰਡ ਲਿਆ। ਲੇਕਿਨ ਬੈਂਸ ਸਾਹਿਬ ਅਕਾਲੀ ਬੀਜੇਪੀ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ। ਮੈਂ ਇਹ ਗੱਲ ਦਾ ਪਹਿਲਾਂ ਵਿਆਖਿਆ ਕਰਕੇ ਹਟਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਪਾਰਟੀ ਦੇ ਪ੍ਰਧਾਨ ਹੈਗੇ ਆ ਜਿਹੜੀ ਪਾਰਟੀ ਦੇਸ਼ ਦੇ ਅੰਦਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ। ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਪਹਿਲਾਂ ਸੁਖਬੀਰ ਬਾਦਲ ਪਰਿਵਾਰ ਦੀ ਪਕੜ ਤੋਂ ਪਹਿਲਾਂ ਦੇਸ਼ ਦੇ ਅੰਦਰ ਵੱਧ ਅਧਿਕਾਰਾਂ ਦੀ ਜੇ ਆਵਾਜ਼ ਉਠਾਉਂਦਾ ਸੀ ਤਾਂ ਅਕਾਲੀ ਦਲ, ਦੇਸ਼ ਦੀਆਂ ਬਾਕੀ ਸਟੇਟ ਪਾਰਟੀਆਂ ਅਕਾਲੀ ਦਲ ਦੇ ਮਗਰ ਲੱਗਦੀਆਂ ਸੀ। ਅੱਜ ਉਸੇ ਅਕਾਲੀ ਦਲ ਦਾ ਪ੍ਰਾਈਵੇਟ ਲਿਮਟਿਡ ਫਰਮ ਬਣਾਈ ਫਿਰਦਾ ਪ੍ਰਧਾਨ ਆਪਣੀ ਧਰਮ ਪਤਨੀ ਦੀ ਵਜ਼ਾਰਤ ਬਚਾਉਣ ਵਾਸਤੇ ਇਸ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਦੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ। ਐਮਐਸਪੀ ਦਾ ਰੌਲਾ ਪਾ ਰਿਹਾ। ਐਮਐਸਪੀ ਕੀ ਹੈਗੀ ਆ? ਕੁਝ ਵੀ ਨਹੀਂ। ਸਰਕਾਰ ਕਰੇਗੀ ਐਮਐਸਪੀ ਤੈਅ, ਕਣਕ ਦੀ ਵੀ ਕਰੇਗੀ, ਚਾਵਲ ਦੀ ਵੀ ਕਰੇਗੀ, ਨਰਮੇ ਦੀ ਵੀ ਕਰੇਗੀ, ਪਰ ਕੋਈ ਖਰੀਦ ਏਜੰਸੀ ਖਰੀਦਣ ਨਹੀਂ ਆਏਗੀ। ਕਿਸਾਨ ਦੀ ਮਜਬੂਰੀ ਹੋਏਗੀ ਕਿ ਉਹ ਅਡਾਨੀ ਵਰਗੇ ਕਾਰਪੋਰੇਟਰਾਂ ਨੂੰ ਅੱਧੇ ਪੌਣੇ ਭਾਵਾਂ ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਏਗਾ ਹੀ ਹੋਏਗਾ। ਇਹ ਭੰਬਲ ਭੂਸਾ ਖੜਾ ਕਰ ਰਿਹਾ ਸੁਖਬੀਰ ਸਿੰਘ ਬਾਦਲ। ਤੁਹਾਡੇ ਮੀਡੀਆ ਦੇ ਸਨਮੁਖ ਕਿਤੇ ਡਿਬੇਟ ਰੱਖ ਲਓ, ਜੇ ਸਾਡੇ ਤੱਥ ਝੂਠ ਹੋਣ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂ। ਸੁਖਦੇਵ ਢੀਂਡਸਾ ਨੂੰ ਬੁਲਾਇਆ ਆਲ ਪਾਰਟੀ ਮੀਟਿੰਗਸ, ਤੁਹਾਨੂੰ ਨਹੀਂ ਸੱਦਿਆ। ਅਫਸੋਸ ਹੈ ਇਸ ਗੱਲ ਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਾਤੀ ਤੌਰ ਤੇ ਐਡੀ ਜ਼ਹਿਰ ਨਹੀਂ ਰੱਖਣੀ ਚਾਹੀਦੀ ਲੋਕ ਇਨਸਾਫ ਪਾਰਟੀ ਦੇ ਪ੍ਰਤੀ। ਉਹ ਪਾਰਟੀਆਂ ਜਿਨ੍ਹਾਂ ਨੇ ਅੱਜ ਤੱਕ ਕੋਈ ਇੱਕ ਐਮਐਲਏ ਵੀ ਚੁਣ ਕੇ ਵਿਧਾਨ ਸਭਾ ਦੇ ਵਿੱਚ ਨਹੀਂ ਭੇਜਿਆ, ਉਹ ਆਲ ਪਾਰਟੀ ਮੀਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਚਾਹੇ ਉਹ ਪਾਣੀਆਂ ਦੇ ਉੱਤੇ ਆਲ ਪਾਰਟੀ ਮੀਟ ਹੋਵੇ, ਕਿਉਂਕਿ ਇੱਥੇ ਜਾਣਕਾਰੀ ਹੈ, ਇੱਥੇ ਸੱਚਾਈ ਹੈ। ਸੱਚਾਈ ਤੋਂ ਡਰਦੇ ਹੋਏ ਆਲ ਪਾਰਟੀ ਮੀਟ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਨੂੰ ਸਾਫ਼ ਕਰਨਾ। ਜਿਹੜੀ ਗੱਲ ਜਦੋਂ ਆਲ ਪਾਰਟੀ ਮੀਟ ਪਾਣੀਆਂ ਦੇ ਵਿਸ਼ੇ ਤੇ ਹੋਈ, ਜਿਹੜੀ ਗੱਲ ਮੈਂ ਬਾਹਰ ਧਰਨਾ ਲਾ ਕੇ ਕਹੀ ਕਿ ਇਹ ਜਿਹੜਾ ਟ੍ਰਿਬਿਊਨਲ ਦੀ ਸਰਬਸੰਮਤੀ ਨਾਲ ਪਾਸ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ, ਇਹ ਪੰਜਾਬ ਦੇ ਹੱਥ ਵੱਢ ਕੇ ਕੇਂਦਰ ਨੂੰ ਦਿੱਤੇ ਆ। ਜਿਹੜਾ ਰਹਿੰਦਾ ਖੁੰਦਾ ਪਾਣੀ ਆ, ਕੇਂਦਰ ਉਹ ਵੀ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਦੇ ਦੇਵੇ। ਮੇਰੀ ਇਸ ਗੱਲ ਦੀ ਬੁੱਧੀਜੀਵੀ ਆਰਟੀਕਲ ਲਿਖਣ ਵਾਲੇ ਪ੍ਰਿੰਟ ਮੀਡੀਆ ਅਖਬਾਰਾਂ ਦੇ ਵਿੱਚ ਲੋਕਾਂ ਨੇ ਦੂਸਰੇ ਦਿਨ ਆਰਟੀਕਲਾਂ ਦੇ ਰੂਪ ਦੇ ਵਿੱਚ ਲਿਖ ਕੇ ਕਿਹਾ ਕਿ ਜਿਹੜਾ ਟ੍ਰਿਬਿਊਨਲ ਦਾ ਸਰਬਸੰਮਤੀ ਨਾਲ ਫੈਸਲਾ ਕਰਕੇ ਕੈਪਟਨ ਨੇ ਕੇਂਦਰ ਨੂੰ ਭੇਜਿਆ, ਇਹ ਸਰਾਸਰ ਪੰਜਾਬ ਦੇ ਵਰਖਲਾਫ ਆ। ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਸੱਚਾਈ ਦਾ ਸਾਹਮਣਾ ਨਹੀਂ ਕਰਦੇ। ਉਹਨਾਂ ਨੂੰ ਜਾਤੀ ਤੌਰ ਤੇ ਖੁੰਦਕ ਹੈਗੀ ਆ। ਜਿਹੜਾ ਸਿਟੀ ਸੈਂਟਰ ਕੇਸ ਸੈਸ਼ਨ ਕੋਰਟ ਲੁਧਿਆਣਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਦੇ ਕਹੇ ਤੇ ਬੰਦ ਕੀਤਾ, ਅਸੀਂ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਕਿ ਕੈਪਟਨ ਸਾਹਿਬ ਜਦੋਂ ਵਿਰੋਧ ਦੇ ਵਿੱਚ ਸੀ FIR ਦਰਜ ਹੋਇਆ, 42.5 ਕਿਲੋ ਦਾ ਚਲਾਨ ਗਿਆ, ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਣ ਤੇ ਉਹ ਬਿਨਾਂ ਟ੍ਰਾਇਲ ਫੇਸ ਕੀਤਿਆਂ, ਬਿਨਾਂ ਕੇਸ ਭੁਗਤਿਆਂ ਇੱਕ ਸ਼ਾਰਟਕਟ ਲੈਂਦੇ ਹੋਏ ਕਲੋਜ਼ਰ ਰਿਪੋਰਟ ਦੇ ਦੇਣ। ਉਹ ਟ੍ਰਾਇਲ ਫੇਸ ਕਰਨ ਅਦਾਲਤ ਦੇ ਵਿੱਚ, ਮਾਨਯੋਗ ਅਦਾਲਤ ਉਹਨਾਂ ਨੂੰ ਬਰੀ ਕਰੇ, ਸਾਨੂੰ ਕੀ ਇਤਰਾਜ਼ ਹੋ ਸਕਦਾ? ਪਰ ਕੋਈ ਪਾਵਰ ਦੇ ਵਿੱਚ ਆ ਕੇ ਅਦਾਲਤ ਨੂੰ ਬਾਈਪਾਸ ਕਰਕੇ ਸ਼ਾਰਟਕਟ ਲਵੇ, ਲੋਕ ਇਨਸਾਫ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੂਗੀ। ਇਸ ਕਰਕੇ ਅਸੀਂ ਸੁਪਰੀਮ ਕੋਰਟ ਗਏ ਹਾਂ ਉਸ ਮੁੱਦੇ ਦੇ ਉੱਤੇ।
सर कैप्टन साहब ने विनी महाजन को चीफ सेक्रेटरी लगा दिता गया। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਜਿਹੜਾ ਲਿਕਰ ਮਾਫੀਆ ਇਲਜ਼ਾਮ ਲੱਗੇ ਕਰਨ ਅਵਤਾਰ ਸਿੰਘ ਹੋਰਾਂ ਤੇ 650 ਕਰੋੜ ਰੁਪਈਆ ਮਿੱਟੀ ਪੈ ਗਈ। ਬਹੁਤ ਸਾਰੇ ਕਾਂਗਰਸ ਤੇ ਕੈਬਨਿਟ ਵਜ਼ੀਰਾਂ ਨੇ ਮੰਗ ਕੀਤੀ ਕਿ ਵਾਈਟ ਪੇਪਰ ਜਾਰੀ ਕਰੋ। ਇਹ 650 ਕਰੋੜ ਰੁਪਏ ਦਾ ਘਾਟਾ ਪਿਆ ਕਿਵੇਂ ਆ? ਉਹ ਘਾਟਾ ਪੈਣ ਦਾ ਸਿੱਧਾ ਕਾਰਨ ਹੈਗਾ ਪੰਜਾਬ ਦੇ ਵਿੱਚ 2 ਨੰਬਰ ਦੀ ਦਾਰੂ। 2 ਨੰਬਰ ਦੀ ਦਾਰੂ ਹੋਰ ਕਿਤੇ ਨਹੀਂ ਬਣਦੀ, ਚੰਡੀਗੜ੍ਹ ਤੋਂ ਨਹੀਂ ਜਾਂਦੀ, ਹਰਿਆਣਾ ਹਿਮਾਚਲ ਤੋਂ ਨਹੀਂ ਜਾਂਦੀ, ਇਹ ਰੌਲਾ ਹੀ ਆ। ਇਹ ਜਿਹੜੀਆਂ ਫੈਕਟਰੀਆਂ ਵਾਈਨ ਹੈਗੀਆਂ ਨੇ, ਵਾਈਨ ਫੈਕਟਰੀਆਂ, ਇਹਦੇ ਉੱਤੇ ਕਾਬਜ਼ ਕਾਲੀ ਤੇ ਕਾਂਗਰਸੀ ਇੱਕ ਗੱਡੀ ਦਾ ਬਿੱਲ ਕੱਟਦੇ ਆ ਸਵੇਰੇ ਤੇ 99 ਗੱਡੀਆਂ ਬਿਨਾਂ ਸਾਈ ਤੋਂ ਉਸੇ ਬਿੱਲ ਦੇ ਉੱਤੇ ਫਿਰ ਉਹਨੂੰ ਕਹਿੰਦੇ ਆ 2 ਨੰਬਰ ਦੀ ਦਾਰੂ ਹੈਗੀ। ਉਹ ਚੀਫ ਸੈਕਟਰੀ ਜਿਹਦੇ ਉੱਤੇ ਵੱਡੇ ਦੋਸ਼ ਲੱਗੇ, ਅਸੀਂ ਨਹੀਂ ਲਾਏ, ਵਿਰੋਧੀਆਂ ਨੇ ਨਹੀਂ ਲਾਏ, ਕਾਂਗਰਸ ਦੇ ਕੈਬਨਿਟ ਮੰਤਰੀਆਂ ਤੇ ਐਮਐਲਏ ਨੇ ਲਾਏ, ਸੀਨੀਅਰ ਲੀਡਰਾਂ ਨੇ ਲਾਏ, ਉਹਦੇ ਉੱਤੇ ਕੋਈ ਵਾਈਟ ਪੇਪਰ ਨਹੀਂ ਜਾਰੀ ਕੀਤਾ। ਲਿਪਾਪੋਚੀ ਕਰਨ ਵਾਸਤੇ ਬਦਲੀ ਕਰਕੇ ਵਿਨੀ ਮਹਾਜਨ ਨੂੰ ਲੈ ਆਂਦਾ ਐਜ਼ ਅ ਚੀਫ ਸੈਕਟਰੀ। ਪਹਿਲਾਂ ਕਰਨ ਅਵਤਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਸੰਬੰਧੀ ਜਾਂ ਤਾਂ ਉਹਨੂੰ ਕਲੀਨ ਚਿੱਟ ਦੇਣ ਕਰਨ ਅਵਤਾਰ ਨੂੰ, ਜਾਂ ਵਾਈਟ ਪੇਪਰ ਜਾਰੀ ਕਰਨ ਵੀ ਸਟੇਟ ਦਾ 650 ਕਰੋੜ ਰੁਪਇਆ ਲਿਕਰ ਮਾਫੀਆ ਨੇ। ਕਿਹੜੇ ਲੋਕ ਸ਼ਾਮਲ ਹੈਗੇ ਲਿਕਰ ਮਾਫੀਆ ਦੇ ਵਿੱਚ ਜਿਨ੍ਹਾਂ ਨੇ 650 ਕਰੋੜ ਰੁਪਇਆ ਡਕਾਰ ਕੀਤਾ? ਕਰਨ ਅਵਤਾਰ ਸਿੰਘ ਵੱਲੋਂ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਮਾਫੀ ਮੰਗੀ ਹੈ। ਤੇ ਸੁਣੋ ਮੇਰੀ ਗੱਲ, ਇਹਦਾ ਮਤਲਬ ਇਹ ਹੋ ਗਿਆ ਜਿਹੜੇ ਕੈਬਨਿਟ ਵਜ਼ੀਰ ਜਾਂ ਐਮਐਲਏ ਕਰਨ ਅਵਤਾਰ ਦੇ ਬੇਟੇ ਨੂੰ ਕਿੰਗ ਪਿਨ ਦੱਸਦੇ ਸੀ ਲਿਕਰ ਮਾਫੀਆ ਦਾ, ਸੈਟਿੰਗ ਹੋ ਗਈ ਉਹਨਾਂ ਦੀ। ਜਿਹੜੀ ਡੀਲ ਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ, ਪਲੱਸ ਮਾਈਨਸ ਸੀਗਾ, ਉਹ ਬਰਾਬਰ ਹੋ ਗਿਆ। ਕੱਲਾ ਸੌਰੀ ਮੰਗ ਕੇ 650 ਕਰੋੜ ਰੁਪਈਆ ਨਾ ਕਿਸੇ ਮਿਨਿਸਟਰ ਤੇ ਨਾ ਐਮਐਲਏ ਦਾ, ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਚੋਰੀ ਹੋਈ ਹੈ, ਉਹ ਰੈਵਨਿਊ ਦੀ ਚੋਰੀ ਹੋਈ ਹੈ। ਸੋ ਇਸ ਕਰਕੇ ਇਹਦੇ ਉੱਤੇ ਵਾਈਟ ਪੇਪਰ ਕੈਪਟਨ ਅਮਰਿੰਦਰ ਸਿੰਘ ਜਾਰੀ ਕਰਨ ਜਾਂ ਕਲੀਨ ਚਿੱਟ ਦੇਣ, ਦੱਸਣ ਕਿ ਵਿਨੀ ਮਹਾਜਨ ਨੂੰ ਕਰਨ ਅਵਤਾਰ ਦੇ ਜਗ੍ਹਾ ਰਿਪਲੇਸ ਕਿਉਂ ਕੀਤਾ ਗਿਆ। ਕਾਰਨ ਤਾਂ ਕੋਈ ਹੋਏਗਾ ਨਾ, ਜਾਂ ਵਾਈਟ ਪੇਪਰ ਜਾਂ ਕਲੀਨ ਚਿੱਟ। ਕੈਪਟਨ ਨੇ ਕਿਹਾ ਕਿ ਨਸ਼ੇ ਦੀ ਲੱਤ ਤੋੜਤਾ ਪੰਜਾਬ 'ਚ, ਨਸ਼ਾ ਖਤਮ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਜਿਹੜੇ ਚੰਦ ਹਫ਼ਤਿਆਂ ਦੇ ਵਿੱਚ ਸਹੁੰ ਚੱਕ ਕੇ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਾਂਗੇ। ਅਫਸੋਸ ਆ ਕਿ ਚਿੱਟਾ ਵੇਚਣ ਵਾਲੇ ਅੱਜ ਖਾਕੀ ਵਰਦੀ ਦੇ ਨਾਲ ਚਿੱਟੀ ਪਗੜੀ ਵਾਲੇ ਵੀ ਸ਼ਾਮਲ ਹੋਏ ਆ। ਪਹਿਲਾਂ ਨੀਲੀ ਪਗੜੀ ਹੁੰਦੀ ਸੀ, ਹੁਣ ਚਿੱਟੀ ਸ਼ਾਮਲ ਹੋ ਗਈ। ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਬੋਰਡਾਂ ਦੇ ਜ਼ਰੀਏ ਤੇ ਵੀਸੀ ਦੇ ਜ਼ਰੀਏ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਆ। ਇੱਕ ਪਾਸੇ ਲਿਖਦੇ ਆ ਮਿਸ਼ਨ ਫਤਿਹ, ਤੇ ਉਸੇ ਮੁੱਖ ਮੰਤਰੀ ਦਾ ਸਿਹਤ ਮੰਤਰੀ ਕਹਿ ਰਿਹਾ ਕਿ ਦੁਬਾਰਾ ਲਾਕਡਾਊਨ ਕਰਨ ਦੀਆਂ ਤਿਆਰੀਆਂ ਨੇ। ਇਹ ਬੜਾ ਫਰਕ ਹੈਗਾ। ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਉੱਤੇ ਗੁੰਮਰਾਹਕੁਨ ਬਿਆਨ ਦਿੰਦੇ ਆ, ਜਦਕਿ ਪੰਜਾਬ ਦੇ ਅੰਦਰ ਜਿਹੜੀ ਡੈਥ ਰੇਟ ਚਿੱਟੇ ਦੇ ਨਾਲ ਹੈਗੀ ਆ, ਉਹਦੇ 'ਚ ਇਜ਼ਾਫਾ ਹੋਇਆ। ਚਿੱਟਾ ਦਾ ਤੁਸੀਂ ਕਿਸੇ ਪਿੰਡ ਕਿਸੇ ਸ਼ਹਿਰ ਚਲੇ ਜਾਓ, ਇੰਨੀ ਸੌਖੀ ਅਵੇਲੇਬਿਲਟੀ ਹੋਈ ਆ। ਇਹ ਖਾਕੀ ਤੇ ਚਿੱਟੀ ਪਗੜੀ ਨੇ ਚਿੱਟਾ ਵੇਚਣ ਵਾਲੇ ਕਾਰੋਬਾਰ ਦੇ ਉੱਤੇ ਕਬਜ਼ਾ ਕੀਤਾ ਹੋਇਆ। ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਮੁਕਤ ਕਰ ਦਿੱਤਾ। ਇੱਕ ਐਮਐਲਏ ਜਾ ਕੇ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ। ਐਮਐਲਏ ਦਾ ਫੇਸ ਜਾਣਿਆ ਪਛਾਣਿਆ ਹੁੰਦਾ। ਜੇ ਇੱਕ ਐਮਐਲਏ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ, ਤੁਸੀਂ ਸਮਝ ਸਕਦੇ ਹੋ ਕਿ ਚਿੱਟਾ ਗਲੀ ਸ਼ਰੇਆਮ ਵਿਕ ਰਿਹਾ। ਡੀਜ਼ਲ ਹੁੰਦਾ ਪਾਣੀਆਂ ਕੇਂਦਰ, ਉਹ ਵੀ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਦੇ ਦੇਵੇ। ਮੇਰੀ ਇਸ ਗੱਲ ਦੀ ਬੁੱਧੀਜੀਵੀ ਆਰਟੀਕਲ ਲਿਖਣ ਵਾਲੇ ਪ੍ਰਿੰਟ ਮੀਡੀਆ ਅਖਬਾਰਾਂ ਦੇ ਵਿੱਚ ਲੋਕਾਂ ਨੇ ਦੂਸਰੇ ਦਿਨ ਆਰਟੀਕਲਾਂ ਦੇ ਰੂਪ ਦੇ ਵਿੱਚ ਲਿਖ ਕੇ ਕਿਹਾ ਕਿ ਜਿਹੜਾ ਟ੍ਰਿਬਿਊਨਲ ਦਾ ਸਰਬਸੰਮਤੀ ਨਾਲ ਫੈਸਲਾ ਕਰਕੇ ਕੈਪਟਨ ਨੇ ਕੇਂਦਰ ਨੂੰ ਭੇਜਿਆ, ਇਹ ਸਰਾਸਰ ਪੰਜਾਬ ਦੇ ਵਰਖਲਾਫ ਆ। ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਸੱਚਾਈ ਦਾ ਸਾਹਮਣਾ ਨਹੀਂ ਕਰਦੇ। ਉਹਨਾਂ ਨੂੰ ਜਾਤੀ ਤੌਰ ਤੇ ਖੁੰਦਕ ਹੈਗੀ ਆ। ਜਿਹੜਾ ਸਿਟੀ ਸੈਂਟਰ ਕੇਸ ਸੈਸ਼ਨ ਕੋਰਟ ਲੁਧਿਆਣਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਦੇ ਕਹੇ ਤੇ ਬੰਦ ਕੀਤਾ, ਅਸੀਂ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਕਿ ਕੈਪਟਨ ਸਾਹਿਬ ਜਦੋਂ ਵਿਰੋਧ ਦੇ ਵਿੱਚ ਸੀ, FIR ਦਰਜ ਹੋਇਆ, 42.5 ਕਿਲੋ ਦਾ ਚਲਾਨ ਗਿਆ, ਕੈਪਟਨ ਸਾਹਿਬ ਮੁੱਖ ਮੰਤਰੀ ਬਣ ਜਾਣ ਤੇ ਉਹ ਬਿਨਾਂ ਟ੍ਰਾਇਲ ਫੇਸ ਕੀਤਿਆਂ, ਬਿਨਾਂ ਕੇਸ ਭੁਗਤਿਆਂ, ਇੱਕ ਸ਼ਾਰਟਕਟ ਲੈਂਦੇ ਹੋਏ ਕਲੋਜ਼ਰ ਰਿਪੋਰਟ ਦੇ ਦੇਣ। ਉਹ ਟ੍ਰਾਇਲ ਫੇਸ ਕਰਨ ਅਦਾਲਤ ਦੇ ਵਿੱਚ, ਮਾਨਯੋਗ ਅਦਾਲਤ ਉਹਨਾਂ ਨੂੰ ਬਰੀ ਕਰੇ, ਸਾਨੂੰ ਕੀ ਇਤਰਾਜ਼ ਹੋ ਸਕਦਾ? ਪਰ ਕੋਈ ਪਾਵਰ ਦੇ ਵਿੱਚ ਆ ਕੇ ਅਦਾਲਤ ਨੂੰ ਬਾਈਪਾਸ ਕਰਕੇ ਸ਼ਾਰਟਕਟ ਲਵੇ, ਲੋਕ ਇਨਸਾਫ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੂਗੀ। ਇਸ ਕਰਕੇ ਅਸੀਂ ਸੁਪਰੀਮ ਕੋਰਟ ਗਏ ਹਾਂ ਉਸ ਮੁੱਦੇ ਦੇ ਉੱਤੇ। ਸਰ ਕੈਪਟਨ ਸਾਹਿਬ ਨੇ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਗਾ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਜਿਹੜਾ ਲਿਕਰ ਮਾਫੀਆ ਇਲਜ਼ਾਮ ਲੱਗੇ ਕਰਨ ਅਵਤਾਰ ਸਿੰਘ ਹੋਰਾਂ ਤੇ 650 ਕਰੋੜ ਰੁਪਈਆ ਮਿੱਟੀ ਪੈ ਗਈ। ਬਹੁਤ ਸਾਰੇ ਕਾਂਗਰਸ ਤੇ ਕੈਬਨਿਟ ਵਜ਼ੀਰਾਂ ਨੇ ਮੰਗ ਕੀਤੀ ਕਿ ਵਾਈਟ ਪੇਪਰ ਜਾਰੀ ਕਰੋ। ਇਹ 650 ਕਰੋੜ ਰੁਪਏ ਦਾ ਘਾਟਾ ਪਿਆ ਕਿਵੇਂ ਆ? ਉਹ ਘਾਟਾ ਪੈਣ ਦਾ ਸਿੱਧਾ ਕਾਰਨ ਹੈਗਾ ਪੰਜਾਬ ਦੇ ਵਿੱਚ 2 ਨੰਬਰ ਦੀ ਦਾਰੂ। 2 ਨੰਬਰ ਦੀ ਦਾਰੂ ਹੋਰ ਕਿਤੇ ਨਹੀਂ ਬਣਦੀ, ਚੰਡੀਗੜ੍ਹ ਤੋਂ ਨਹੀਂ ਜਾਂਦੀ, ਹਰਿਆਣਾ ਹਿਮਾਚਲ ਤੋਂ ਨਹੀਂ ਜਾਂਦੀ, ਇਹ ਰੌਲਾ ਹੀ ਆ।
ਇਹ ਜਿਹੜੀਆਂ ਫੈਕਟਰੀਆਂ ਵਾਈਨ ਹੈਗੀਆਂ ਨੇ, ਵਾਈਨ ਫੈਕਟਰੀਆਂ, ਇਹਦੇ ਉੱਤੇ ਕਾਬਜ਼ ਅਕਾਲੀ ਤੇ ਕਾਂਗਰਸੀ, ਇੱਕ ਗੱਡੀ ਦਾ ਬਿੱਲ ਕੱਟਦੇ ਆ ਸਵੇਰੇ ਤੇ 99 ਗੱਡੀਆਂ ਬਿਨਾਂ ਅਕਸਾਈ ਤੋਂ ਉਸੇ ਬਿੱਲ ਦੇ ਉੱਤੇ ਫਿਰ ਉਹਨੂੰ ਕਹਿੰਦੇ ਆ 2 ਨੰਬਰ ਦੀ ਦਾਰੂ ਹੈਗੀ। ਉਹ ਚੀਫ ਸੈਕਟਰੀ ਜਿਹਦੇ ਉੱਤੇ ਵੱਡੇ ਦੋਸ਼ ਲੱਗੇ, ਅਸੀਂ ਨਹੀਂ ਲਾਏ, ਵਿਰੋਧੀਆਂ ਨੇ ਨਹੀਂ ਲਾਏ, ਕਾਂਗਰਸ ਦੇ ਕੈਬਨਿਟ ਮੰਤਰੀਆਂ ਤੇ ਐਮਐਲਏ ਨੇ ਲਾਏ, ਸੀਨੀਅਰ ਲੀਡਰਾਂ ਨੇ ਲਾਏ, ਉਹਦੇ ਉੱਤੇ ਕੋਈ ਵਾਈਟ ਪੇਪਰ ਨਹੀਂ ਜਾਰੀ ਕੀਤਾ। ਲਿਪਾਪੋਚੀ ਕਰਨ ਵਾਸਤੇ ਬਦਲੀ ਕਰਕੇ ਵਿਨੀ ਮਹਾਜਨ ਨੂੰ ਲੈ ਆਂਦਾ ਐਜ਼ ਏ ਚੀਫ ਸੈਕਟਰੀ। ਪਹਿਲਾਂ ਕਰਨ ਅਵਤਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਸੰਬੰਧੀ ਜਾਂ ਤਾਂ ਉਹਨੂੰ ਕਲੀਨ ਚਿੱਟ ਦੇਣ ਕਰਨ ਅਵਤਾਰ ਨੂੰ, ਜਾਂ ਵਾਈਟ ਪੇਪਰ ਜਾਰੀ ਕਰਨ ਵੀ ਸਟੇਟ ਦਾ 650 ਕਰੋੜ ਰੁਪਇਆ ਲਿਕਰ ਮਾਫੀਆ ਨੇ। ਕਿਹੜੇ ਲੋਕ ਸ਼ਾਮਲ ਹੈਗੇ ਲਿਕਰ ਮਾਫੀਆ ਦੇ ਵਿੱਚ ਜਿਨ੍ਹਾਂ ਨੇ 650 ਕਰੋੜ ਰੁਪਇਆ ਡਿਕਾਰ ਕੀਤਾ। ਕਰਨ ਅਵਤਾਰ ਸਿੰਘ ਵੱਲੋਂ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਮਾਫੀ ਮੰਗੀ ਹੈ ਤੇ ਸੁਣੋ ਮੇਰੀ ਗੱਲ, ਇਹਦਾ ਮਤਲਬ ਇਹ ਹੋ ਗਿਆ ਜਿਹੜੇ ਕੈਬਨਿਟ ਵਜ਼ੀਰ ਜਾਂ ਐਮਐਲਏ ਕਰਨ ਅਵਤਾਰ ਦੇ ਬੇਟੇ ਨੂੰ ਕਿੰਗ ਪਿਨ ਦੱਸਦੇ ਸੀ ਲਿਕਰ ਮਾਫੀਆ ਦਾ, ਸੈਟਿੰਗ ਹੋ ਗਈ ਉਹਨਾਂ ਦੀ। ਜਿਹੜੀ ਡੀਲ ਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ, ਪਲੱਸ ਮਾਈਨਸ ਸੀਗਾ, ਉਹ ਬਰਾਬਰ ਹੋ ਗਿਆ। ਕੱਲਾ ਸੌਰੀ ਮੰਗ ਕੇ 650 ਕਰੋੜ ਰੁਪਈਆ ਨਾ ਕਿਸੇ ਮਿਨਿਸਟਰ ਤੇ ਨਾ ਐਮਐਲਏ ਦਾ, ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਚੋਰੀ ਹੋਈ ਹੈ, ਉਹ ਰੈਵਨਿਊ ਦੀ ਚੋਰੀ ਹੋਈ ਹੈ। ਸੋ ਇਸ ਕਰਕੇ ਇਹਦੇ ਉੱਤੇ ਵਾਈਟ ਪੇਪਰ ਕੈਪਟਨ ਅਮਰਿੰਦਰ ਸਿੰਘ ਜਾਰੀ ਕਰਨ ਜਾਂ ਕਲੀਨ ਚਿੱਟ ਦੇਣ, ਦੱਸਣ ਕਿ ਵਿਨੀ ਮਹਾਜਨ ਨੂੰ ਕਰਨ ਅਵਤਾਰ ਦੇ ਜਗ੍ਹਾ ਰਿਪਲੇਸ ਕਿਉਂ ਕੀਤਾ ਗਿਆ। ਕਾਰਨ ਤਾਂ ਕੋਈ ਹੋਏਗਾ ਨਾ, ਜਾਂ ਵਾਈਟ ਪੇਪਰ ਜਾਂ ਕਲੀਨ ਚਿੱਟ। ਕੈਪਟਨ ਨੇ ਕਿਹਾ ਕਿ ਨਸ਼ੇ ਦੀ ਲੱਕ ਤੋੜਤਾ ਪੰਜਾਬ 'ਚ, ਨਸ਼ਾ ਖਤਮ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਜਿਹੜੇ ਚੰਦ ਹਫ਼ਤਿਆਂ ਦੇ ਵਿੱਚ ਸਹੁੰ ਚੱਕ ਕੇ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਾਂਗੇ। ਅਫਸੋਸ ਆ ਕਿ ਚਿੱਟਾ ਵੇਚਣ ਵਾਲੇ ਅੱਜ ਖਾਕੀ ਵਰਦੀ ਦੇ ਨਾਲ ਚਿੱਟੀ ਪਗੜੀ ਵਾਲੇ ਵੀ ਸ਼ਾਮਲ ਹੋਏ ਆ। ਪਹਿਲਾਂ ਨੀਲੀ ਪਗੜੀ ਹੁੰਦੀ ਸੀ, ਹੁਣ ਚਿੱਟੀ ਸ਼ਾਮਲ ਹੋ ਗਈ। ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਬੋਰਡਾਂ ਦੇ ਜ਼ਰੀਏ ਤੇ ਵੀਸੀ ਦੇ ਜ਼ਰੀਏ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਆ। ਇੱਕ ਪਾਸੇ ਲਿਖਦੇ ਆ ਮਿਸ਼ਨ ਫਤਿਹ, ਤੇ ਉਸੇ ਮੁੱਖ ਮੰਤਰੀ ਦਾ ਸਿਹਤ ਮੰਤਰੀ ਕਹਿ ਰਿਹਾ ਕਿ ਦੁਬਾਰਾ ਲਾਕਡਾਊਨ ਕਰਨ ਦੀਆਂ ਤਿਆਰੀਆਂ ਨੇ। ਇਹ ਬੜਾ ਫਰਕ ਹੈਗਾ। ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਉੱਤੇ ਗੁੰਮਰਾਹਕੁਨ ਬਿਆਨ ਦਿੰਦੇ ਆ, ਜਦਕਿ ਪੰਜਾਬ ਦੇ ਅੰਦਰ ਜਿਹੜੀ ਡੈਥ ਰੇਟ ਚਿੱਟੇ ਦੇ ਨਾਲ ਹੈਗੀ ਆ, ਉਹਦੇ 'ਚ ਇਜ਼ਾਫਾ ਹੋਇਆ। ਚਿੱਟਾ ਦਾ ਤੁਸੀਂ ਕਿਸੇ ਪਿੰਡ ਕਿਸੇ ਸ਼ਹਿਰ ਚਲੇ ਜਾਓ, ਇੰਨੀ ਸੌਖੀ ਅਵੇਲੇਬਿਲਿਟੀ ਹੋਈ ਗਈ ਆ। ਇਹ ਖਾਕੀ ਤੇ ਚਿੱਟੀ ਪਗੜੀ ਨੇ ਚਿੱਟਾ ਵੇਚਣ ਵਾਲੇ ਕਾਰੋਬਾਰ ਦੇ ਉੱਤੇ ਕਬਜ਼ਾ ਕੀਤਾ ਹੋਇਆ। ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਮੁਕਤ ਕਰ ਦਿੱਤਾ। ਇੱਕ ਐਮਐਲਏ ਜਾ ਕੇ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ। ਐਮਐਲਏ ਦਾ ਫੇਸ ਜਾਣਿਆ ਪਛਾਣਿਆ ਹੁੰਦਾ। ਜੇ ਇੱਕ ਐਮਐਲਏ ਲਾਈਵ ਹੋ ਕੇ ਚਿੱਟਾ ਖਰੀਦ ਸਕਦਾ, ਤੁਸੀਂ ਸਮਝ ਸਕਦੇ ਹੋ ਕਿ ਚਿੱਟਾ ਗਲੀ ਗਲੀ ਸ਼ਰੇਆਮ ਵਿਕ ਰਿਹਾ। ਪੜਦੇ ਅੱਜ 5ਵੇਂ ਦਿਨ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ, ਇਸ ਮੰਗ ਪੱਤਰ ਦੇ ਵਿੱਚ ਲਿਖਿਆ ਕਿ ਤੁਰੰਤ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਕਾਲ ਕਰਕੇ ਇਸ ਕਾਲੇ ਕਾਨੂੰਨ ਨੂੰ, ਇਸ ਆਰਡੀਨੈਂਸ ਨੂੰ ਰੱਦ ਕਰੋ। ਸਾਡਾ ਦੇਸ਼ ਸੰਘੀ ਢਾਂਚਾ ਦੇਸ਼ ਹੈਗਾ, ਫੈਡਰਲ ਸਿਸਟਮ ਦੇਸ਼ ਆ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਦੋਂ ਇਸ ਦੇਸ਼ ਦਾ, ਵੱਡੇ ਦੇਸ਼ ਦਾ ਸੰਵਿਧਾਨ ਬਣਾਉਣ ਲੱਗੇ ਤੇ ਉਹਨਾਂ ਦੇ ਮਨ ਦੇ ਅੰਦਰ ਭਵਿੱਖ ਦੀਆਂ ਗੱਲਾਂ ਸੀਗੀਆਂ ਕਿ ਕਿਸੇ ਢੰਗ ਤਰੀਕੇ ਕੇਂਦਰ ਤੇ ਰਾਜਾਂ ਦੇ ਆਪਸੀ ਟਕਰਾਓ ਨੂੰ ਰੋਕਿਆ ਜਾਵੇ, ਸੰਵਿਧਾਨ ਇਸ ਤਰੀਕੇ ਦਾ ਬਣਾਇਆ ਜਾਵੇ। ਉਹਨਾਂ ਦੀ ਸੋਚ ਨੇ ਸੰਵਿਧਾਨ ਤਿਆਰ ਕੀਤਾ। ਕੇਂਦਰ ਦੀਆਂ ਸ਼ਕਤੀਆਂ, ਰਾਜਾਂ ਦੀਆਂ ਸ਼ਕਤੀਆਂ, ਕੰਕਰੈਂਟ ਲਿਸਟ ਇਹ ਉਹਨਾਂ ਨੇ ਰੈਡੀ ਕੀਤੀ। ਕਿਹੜੀ ਵਿਸ਼ੇ ਦੇ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ, ਕਿਹੜੇ ਵਿਸ਼ੇ ਦੇ ਉੱਤੇ ਰਾਜ ਕਾਨੂੰਨ ਬਣਾ ਸਕਦਾ। ਹੁਣ ਜਿਹੜਾ ਇਹ ਆਰਡੀਨੈਂਸ ਜਾਰੀ ਹੋਇਆ, ਇਹ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਤੇ ਉਹ ਸੂਬਾ ਸਰਕਾਰ ਅਧਿਕਾਰ ਰੱਖਦੀ ਹੈ, ਸੂਬੇ ਅਧਿਕਾਰ ਰੱਖਦੇ ਆ। ਇਸੇ ਸ਼ਡਿਊਲ ਦੀ 7ਵੇਂ ਸ਼ਡਿਊਲ ਦੀ 26ਵੀਂ ਐਂਟਰੀ ਅੰਦਰੂਨੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ, ਸਟੇਟ ਦੀ ਖੇਤੀਬਾੜੀ ਦੇ ਮੰਡੀਕਰਨ ਵਾਸਤੇ 26ਵੀਂ ਐਂਟਰੀ ਸਟੇਟ ਸਬਜੈਕਟ ਕਾਨੂੰਨ ਬਣਾਉਣ ਦਾ ਅਧਿਕਾਰ, ਕਾਨੂੰਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਸੂਬਿਆਂ ਕੋਲੇ ਆ, ਕੇਂਦਰ ਕੋਲੇ ਨਹੀਂ। ਡਾਕਾ ਵੱਜ ਗਿਆ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ। ਔਰ ਉਸ ਤੋਂ ਅੱਗੇ ਆੜਤੀ ਜਿਹੜੇ ਬੈਂਕ ਲੋਕਲ ਹੈਗੇ ਸੀ ਕਿਸਾਨਾਂ ਦੀ ਖਤਮ ਹੋ ਗਏ, ਉਹਨਾਂ ਦੇ ਮੁਨੀਮ ਕੋਈ 60,000 ਦੇ ਕਰੀਬ ਲੱਖਾਂ, ਪੱਲੇਦਾਰ, ਤੋਲੇ, ਛੋਟੇ ਟਰਾਂਸਪੋਰਟਰ।